तो ਬਾਲ ਦੇਵਤੇ ਨੂੰ ਮੰਨਣ ਵਾਲੇ ਜਿਹੜੇ ਸੀਗੇ ਉਹਨਾਂ ਦਾ ਕੋਈ ਰਿਲੇਸ਼ਨ ਨਹੀਂ ਸੀਗਾ। ਉਹ ਤਾਂ ਐਕਚੁਅਲੀ ਇਜ਼ਰਾਈਲੀ ਲੋਕਾਂ ਦੇ ਆਉਣ ਤੋਂ ਪਹਿਲਾਂ ਵੀ ਉੱਥੇ ਰਹਿੰਦੇ ਸੀਗੇ, ਉਹ ਦੇਵਤੇ ਨੂੰ ਪੂਜਣ ਵਾਲੇ ਲੋਕ ਰਹਿੰਦੇ ਸੀਗੇ, ਉਹ ਤਾਂ ਉਹਨਾਂ ਲੋਕਾਂ ਦੇ ਦੇਵਤੇ ਸੀਗੇ। ਉਹਨਾਂ ਦੀਆਂ ਬੇਦੀਆਂ ਬਣੀਆਂ ਸੀਗੀਆਂ, ਉਹਨਾਂ ਨੂੰ ਬੇਦੀ ਬਣਾਉਣ ਦੀ ਲੋੜ ਨਹੀਂ ਸੀਗੀ, ਉਹਨਾਂ ਦੀਆਂ ਬੇਦੀਆਂ ਬਣੀਆਂ ਸੀ। ਉਹਨਾਂ ਨੇ ਪ੍ਰਭੂ ਦੀ ਜਿਹੜੀ ਬੇਦੀ ਸੀਗੀ ਉਹ ਕਹਿੰਦਾ ਟੁੱਟੀ ਹੋਈ ਬੇਦੀ ਨੂੰ, ਇਹਦਾ ਮਤਲਬ ਉਹਨਾਂ ਨੇ ਪ੍ਰਭੂ ਦੀ ਬੇਦੀ ਤੋੜੀ ਹੋਈ ਸੀਗੀ ਔਰ ਆਪਣੀ ਇੱਕ ਪਾਸੇ ਬੇਦੀ ਬਣਾਈ ਹੋਈ ਸੀ। ਸੋ ਉਸ ਚੋਟੀ ਤੇ ਪ੍ਰਭੂ ਦੇ ਲਈ ਬੇਦੀ ਆਲਰੇਡੀ ਬਣੀ ਹੋਈ ਸੀ ਜਦੋਂ ਪ੍ਰਭੂ ਦੇ ਲੋਕ ਉਸ ਮਾਊਂਟ ਕਾਰਮਲ ਤੇ ਜਾਂਦੇ ਸੀ। ਸੋ ਹੁਣ ਜਿਹੜਾ ਮਾਊਂਟ ਕਾਰਮਲ ਹੈ ਉਹ ਯੂਨੈਸਕੋ ਨੇ ਉਸਨੂੰ ਆਪਣੀ ਬਣਾ ਲਿਆ ਹੈਗਾ। ਮੈਂ ਤੁਹਾਨੂੰ ਦਿਖਾਉਣਾ ਕਿ how it looks like, ਮੈਂ ਤੁਹਾਨੂੰ ਕਿਹਾ ਸੀਗਾ ਮੈਂ ਤੁਹਾਨੂੰ ਦਿਖਾਉਂਗਾ ਮਾਊਂਟ ਕਾਰਮਲ। ਸੋ ਇਸ ਤਰ੍ਹਾਂ ਦਾ ਲੱਗਦਾ, that's the mount। ਆਹ ਆ ਮਾਊਂਟ ਕਾਰਮਲ ਜਿਹੜਾ ਅੱਜ। ਸੋ ਇੱਥੇ ਸਾਰਾ ਕੁਝ ਹੋ ਰਿਹਾ ਔਰ ਜਿਹੜਾ ਨਾਲਾ ਆ ਇਹਦੇ ਥੱਲੇ ਦੀ ਨਾਲਾ ਉਹ ਵਗਦਾ ਪਿਆ ਜਿਹੜਾ ਅੱਜ ਵੀ ਹੈਗਾ। ਸੋ ਅਸੀਂ ਇਹ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ, ਉਹਨਾਂ ਚੀਜ਼ਾਂ ਨੂੰ ਦੇਖਦੇ ਪਏ ਜਿਹੜੀਆਂ ਅੱਜ ਵੀ ਹੈਗੀਆਂ। ਠੀਕ, ਸੋ ਉਹਨਾਂ ਨੂੰ ਤਾਂ ਉਹਨਾਂ ਦੇ ਨਾਲ ਕੁਝ ਵੀ ਨਹੀਂ ਸੀ। ਉਹ ਜਿਹੜੇ ਜੋ ਕੁਝ ਕਰਦੇ ਸੀਗੇ ਉਹ ਬੇਦੀ ਦੇ ਆਲੇ ਦੁਆਲੇ ਨੱਚੇ, ਖੂਬ ਗਾਇਆ ਕਿ ਉਹਨਾਂ ਦੇ ਮਨ ਦੇ ਵਿੱਚ ਪੱਕਿਆ ਆਇਆ ਤੇ स्वर्ग तो आग आएगी। यू नो व्हाट, ये प्रभु ने सिर्फ रोक रखी है, वो लिया सकते सी, वो लिया सकते सी, लेकिन प्रभु ने आउण नहीं दिती। क्योंकि जिसले असीं वचन दे विचों पढ़दे हां, मेरे नाल प्रकाश दी पोथी दे विचों विच आओ मैं तुहानूं एक चीज दिखाउणा। प्रकाश की पोथी 12वां पाठ। अच्छा, दे देता क्या? मेरे नाल तुसी इसका 13वां भाव और इत्थे सानू दिखाया गया कि जिसले शैतान इस धरती ते होएगा वो किदां दे काम करेगा। दो पशु दसे गए आ, लेकिन ये असल दे विच पशु नहीं, असल दे विच इंसान है। और मेरे नाल आ जाओ तुसी प्रकाश की पोथी 13वां पाठ उसकी 11 आयत तो लैके और उसकी 17 आयत तक कोई जना पढ़। मैं पढ़ देनी पास्टर जी। हाँ जी, मेरी बात 11 ਤੋਂ 17 ਤੱਕ, ਰਾਈਟ? हाँ। ਤਦ ਮੈਂ ਇੱਕ ਹੋਰ ਪਸ਼ੂ ਨੂੰ ਧਰਤੀ ਵਿੱਚੋਂ ਨਿਕਲਦੇ ਦੇਖਿਆ। ਉਸਦੇ 2 ਸਿੰਗ ਸਨ ਅਤੇ ਉਹ ਅਜਗਰ ਦੀ ਤਰ੍ਹਾਂ ਬੋਲਦਾ ਸੀ। ਉਹ ਪਹਿਲੇ ਪਸ਼ੂ ਕੋਲੋਂ ਅਧਿਕਾਰ ਪ੍ਰਾਪਤ ਕਰਕੇ ਉਸ ਦੀ ਵਰਤੋਂ ਉਸਦੇ ਸਾਹਮਣੇ ਹੀ ਕਰਦਾ ਸੀ। ਉਹ ਧਰਤੀ ਅਤੇ ਇਸ ਦੇ ਲੋਕਾਂ ਨੂੰ ਉਸ ਪਹਿਲੇ ਪਸ਼ੂ ਜਿਸ ਦਾ ਖਤਰਨਾਕ ਜ਼ਖਮ ਠੀਕ ਹੋ ਚੁੱਕਾ ਸੀ ਪੂਜਾ ਕਰਨ ਲਈ ਪ੍ਰੇਰਨਾ ਦਿੰਦਾ ਸੀ। ਉਹ ਵੱਡੇ ਵੱਡੇ ਚਮਤਕਾਰ ਕਰਦਾ ਸੀ, ਇੱਥੋਂ ਤੱਕ ਕਿ ਧਰਤੀ ਤੇ ਲੋਕਾਂ ਦੀਆਂ ਅੱਖਾਂ ਸਾਹਮਣੇ ਆਕਾਸ਼ ਤੋਂ ਅੱਗ ਪੈਦਾ ਕਰ ਦਿੰਦਾ ਸੀ। ਉਹਨਾਂ ਚਮਤਕਾਰਾਂ ਜਿਨ੍ਹਾਂ ਨੂੰ ਪਸ਼ੂ ਸਾਹਮਣੇ ਕਰਨ ਦਾ ਅਧਿਕਾਰ ਉਸਨੂੰ ਮਿਲਿਆ ਸੀ ਰਾਹੀਂ ਧਰਤੀ ਦੇ ਰਹਿਣ ਵਾਲਿਆਂ ਨੂੰ ਕੁਰਾਹੇ ਪਾਉਂਦਾ ਸੀ।
ਉਹ ਧਰਤੀ ਨਿਵਾਸੀਆਂ ਨੂੰ ਕਹਿੰਦਾ ਸੀ ਕਿ ਉਹ ਪਸ਼ੂ ਦਾ ਬੁੱਤ ਖੜਾ ਕਰਨ, ਜਿਸ ਤੇ ਤਲਵਾਰ ਦਾ ਵਾਰ ਤਾਂ ਹੋਇਆ, ਪਰ ਉਹ ਫਿਰ ਵੀ ਬਚ ਗਿਆ ਸੀ। ਉਸ ਨੂੰ ਬੁੱਤ ਦੇ ਵਿੱਚ ਪ੍ਰਾਣ ਪਾਉਣ ਦਾ ਅਧਿਕਾਰ ਵੀ ਦਿੱਤਾ ਗਿਆ ਕਿ ਬੁੱਤ ਬੋਲਣ ਲੱਗੇ, ਅਤੇ ਉਹਨਾਂ ਲੋਕਾਂ ਨੂੰ ਜੋ ਪਸ਼ੂ ਦੀ ਪੂਜਾ ਨਾ ਕਰਨ, ਜਾਨੋਂ ਮਾਰੇ। ਉਹ ਸਭ ਨੂੰ, ਅਰਥਾਤ ਛੋਟੇ ਤੋਂ ਵੱਡੇ, ਅਮੀਰ ਤੇ ਗਰੀਬ ਅਤੇ ਆਜ਼ਾਦ ਤੇ ਗੁਲਾਮ ਨੂੰ ਜ਼ਬਰਦਸਤੀ ਕਹਿੰਦਾ ਸੀ ਕਿ ਉਹ ਆਪਣੇ ਸੱਜੇ ਹੱਥ ਜਾਂ ਮੱਥੇ ਤੇ ਮੋਹਰ ਲੈਣ। ਉਹ ਕਿਸੇ ਨੂੰ ਵੀ ਜਿਸ ਦੇ ਪਸ਼ੂ ਦੇ ਨਾਂ ਜਾਂ ਨੰਬਰ ਦੀ ਮੋਹਰ ਨਹੀਂ ਸੀ, ਲੈਣ ਦੇਣ ਨਹੀਂ ਨਹੀਂ ਕਰਨ ਕਰਨ ਦਿੰਦਾ ਸੀ। ਇੱਥੇ ਤੱਕ ਠੀਕ ਹੈ ਭੈਣ। ਅੱਛਾ, ਤੁਸੀਂ ਦੇਖੋ ਕਿ ਇਹ ਅਸਲ ਦੇ ਵਿੱਚ ਸ਼ੈਤਾਨ ਦਾ ਇੱਕ ਪੁਜਾਰੀ ਆ, ਔਰ ਇਹ ਸਾਰੀਆਂ ਚੀਜ਼ਾਂ ਉਹ ਕਰਕੇ ਦਿਖਾਉਂਦਾ ਪਿਆ ਹੈ। ਔਰ ਇਹ ਸ਼ੁਰੂ ਤੋਂ ਇਹ ਚੀਜ਼ਾਂ ਕਰਕੇ ਲੋਕਾਂ ਨੂੰ ਦਿਖਾਉਂਦਾ ਪਿਆ। ਉਹ ਐਵੇਂ ਤਾਂ ਨਹੀਂ ਮੰਨ ਗਏ। ਉਹ ਸਰ ਸੋਚੋ ਸਹੀ, ਐਵੇਂ ਤਾਂ ਨਹੀਂ ਉਹ ਮੰਨ ਗਏ। ਕੋਈ ਗੱਲ ਹੋਊਗੀ ਤਾਂ ਮੰਨੇ, ਠੀਕ ਹੈ ਨਾ। ਏਦਾਂ ਦਾ ਕੰਮ ਉਹ ਕਰਦੇ ਹੋਣਗੇ ਤਾਂ ਹੁੰਦੀਆਂ ਹੋਣਗੀਆਂ ਚੀਜ਼ਾਂ, ਤੇ ਤਦੇ ਤਾਂ ਉਹ ਮੰਨੇ ਕਿ ਹਾਂ ਤੂੰ ਵੀ ਬੇਦੀ ਬਣਾ ਤੇ ਅਸੀਂ ਵੀ ਬੇਦੀ ਬਣਾਉਣੇ, ਤੇ ਅਸੀਂ ਵੀ ਤੈਨੂੰ ਅੱਗ ਲਿਆ ਕੇ ਦਿਖਾਉਣੀ। ਕਿ ਜਿਸਲੇ ਮੂਸਾ ਨੇ ਮਿਰਾਕਲ ਕੀਤੇ ਸੀਗੇ, ਤਾਂ ਕੀ ਜਿਹੜੇ ਉੱਥੇ ਬੈਠੇ ਸੀ ਉਹਨਾਂ ਨੇ ਮਿਰਾਕਲ ਕਰਕੇ ਨਹੀਂ ਦਿਖਾਏ ਸੀ? ਉਹਨਾਂ ਨੇ ਵੀ ਕਰਕੇ ਦਿਖਾਏ ਸੀ। ਉਹਨਾਂ ਨੇ ਵੀ ਲਾਠੀਆਂ ਸੁੱਟੀਆਂ, ਉਹ ਵੀ ਸੱਪ ਬਣ ਗਏ। ਠੀਕ ਹੈ ਨਾ। ਜਦ ਸੋਚ ਕੇ ਦੇਖੋ, ਅਸੀਂ ਫਟਾਫਟ ਕਹਿਣ ਲੱਗ ਪਏ ਨੇ ਉਹ ਬਈ ਮੂਸਾ ਦੀ ਲਾਠੀ ਨੇ, ਉਹ ਸੱਪ ਨੇ ਉਹਨਾਂ ਨੂੰ, ਸੱਪ ਨੂੰ ਖਾ ਲਿਆ। ਓਡੀ ਦੂਰ ਨਾ ਜਾਓ, ਪਰ ਇਸ ਚੀਜ਼ ਨੂੰ ਸੋਚੋ ਕਿ ਉਹਨਾਂ ਨੇ ਵੀ ਲਾਠੀਆਂ ਸੁੱਟੀਆਂ ਤੇ ਉਹ ਸੱਪ ਬਣ ਗਏ। ਜਦੋਂ ਮੂਸਾ ਨੇ ਲਾਠੀ ਸੁੱਟੀ ਤੇ ਸੱਪ ਬਣ ਗਏ। ਔਰ ਜਿਸ ਵੇਲੇ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਜਾਣਦੇ ਹਾਂ, ਝੂਠਾ ਨਬੀ ਆ, ਔਰ ਇਹ ਆਕਾਸ਼ ਤੋਂ ਵੱਡੇ ਵੱਡੇ ਚਮਤਕਾਰ ਕਰਦਾ ਸੀ, ਔਰ ਆਕਾਸ਼ ਤੋਂ ਅੱਗ ਪੈਦਾ ਕਰਕੇ ਦਿਖਾਉਂਦਾ ਸੀ। ਸੋ ਸ਼ੈਤਾਨ ਉਹਦੇ ਲਈ ਅੱਗ ਘਾਲਦਾ ਸੀ। ਲੇਕਿਨ ਇੱਥੇ ਪ੍ਰੋਬਲਮ ਇਹ ਆ ਗਈ ਕਿ ਇੱਥੇ ਇੱਕ ਸਧਾਰਨ ਜਿਹੇ ਮਨੁੱਖ ਦੇ ਨਾਲ ਅਸਧਾਰਨ ਪਰਮੇਸ਼ਵਰ ਖੜਾ। ਉਹਨਾਂ ਨੂੰ ਮੰਤਰ ਤੰਤਰ ਬਹੁਤ ਆਉਂਦੇ ਆ, ਬੜਾ ਨੱਚਦੇ ਆ, ਬੜਾ ਟੱਪਦੇ, ਆਪਣੇ ਆਪ ਨੂੰ ਵੱਢਦੇ, ਆਪਣੇ ਆਪ ਨੂੰ ਕੱਟਦੇ ਆ, ਆਪਣੇ ਦੇਵਤੇ ਸੁਣ ਕੇ ਕਿਉਂ ਨਹੀਂ ਤੂੰ ਕਰਦਾ ਪਿਆ, ਸ਼ਾਇਦ ਅਸੀਂ ਕੋਈ ਪਾਪ ਕੀਤਾ ਹੋਵੇ। ਜਿਹੜੀ ਗੰਦਗੀ ਨੂੰ ਅਸੀਂ ਪਾਪ ਕਹਿੰਦੇ, ਉਸ ਗੰਦਗੀ ਨੂੰ ਉਹ ਪਾਪ ਨਹੀਂ ਕਹਿੰਦੇ ਸੀਗੇ। ਉਹ ਇੱਕ ਪੂਜਾ ਸੀ, ਉਹ ਇੱਕ ਉਹਨਾਂ ਦਾ ਪੂਜਾ ਕਰਨ ਦਾ ਤਰੀਕਾ ਸੀ। ਮੰਦਿਰ ਦੇ ਵਿੱਚ ਵਿਚਾਰ ਹੋਣਾ, ਮੰਦਿਰ ਦੇ ਵਿੱਚ ਹਰੇਕ ਤਰ੍ਹਾਂ ਦੀ ਗੰਦਗੀ ਹੋਣੀ, ਉਹ ਸਾਡੇ ਲਈ ਗੰਦਗੀ ਆ, ਉਹਨਾਂ ਦੇ ਲਈ ਨਹੀਂ। ਉਹ ਆਪਣੇ ਦੇਵਤੇ ਨੂੰ ਖੁਸ਼ ਕਰਦੇ ਉਸ ਤਰੀਕੇ ਦੇ ਨਾਲ, ਆਪਣੇ ਦੇਵਤੇ ਦੇ ਲਈ ਉਹ ਸਾਰੀਆਂ ਚੀਜ਼ਾਂ ਕਰਦੇ ਪਏ। ਸੋ ਐਵੇਂ ਨਹੀਂ ਤਿਆਰ ਹੋ ਗਏ ਫਟਾਫਟ ਕਿ ਹਾਂ ਨਾ, ਅੱਛਾ ਵੀ ਭਾਈ ਚੱਲ ਤੂੰ ਵੀ ਚੱਲ, ਅਸੀਂ ਵੀ ਤੈਨੂੰ ਅੱਗ ਪੈਦਾ ਕਰਕੇ ਦਿਖਾਉਣੇ ਆ, ਤੇ ਤੂੰ ਵੀ ਅੱਗ ਸਾਨੂੰ ਪੈਦਾ ਕਰਕੇ ਦਿਖਾ। ਇਹਦਾ ਮਤਲਬ ਉਹ ਕਰਦੇ ਹੋਣਗੇ, ਉਹ ਕਰਦੇ ਹੋਣਗੇ, ਤਦ ਤਾਂ ਤਿਆਰ ਹੋ ਗਏ। ਔਰ ਉਹ ਪਹਿਲਾਂ ਆਪਣੇ ਦੇਵਤੇ ਦੇ ਅੱਗੇ ਉਹਨਾਂ ਨੇ ਦੁਹਾਈ ਦਿੱਤੀ ਕਿ ਤੂੰ ਆ ਇਸ ਬਲੀ ਨੂੰ ਸਵੀਕਾਰ ਕਰ ਜਿਹੜੀ ਅਸੀਂ ਤੇਰੇ ਮੂਹਰੇ ਚੜਾਈ ਹੈ। ਉਹਨਾਂ ਨੇ ਆਪਣੀ ਰੀਤ ਅਨੁਸਾਰ ਉਸ ਬਲਦ ਦਾ ਗਲਾ ਘੁੱਟਿਆ, ਗਲਾ ਘੁੱਟ ਕੇ ਉਸ ਨੂੰ ਮਾਰਿਆ, ਔਰ ਫਿਰ ਉਸ ਦਾ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਵੀ I don't want to go into detail, ਤੇ ਉਹ ਸਾਰੀ ਗੰਦਗੀ ਜਿਹੜੀ ਹੈਗੀ ਆ ਉਹ ਕੀ ਕਰਦੇ ਸੀ ਉਸ ਤੋਂ ਬਾਅਦ, ਉਹ ਸਾਰਾ ਕੁਝ ਕੀਤਾ। ਫਿਰ ਉਸ ਨੂੰ ਉੱਥੇ ਉਹਨਾਂ ਨੇ ਪਰੋਸਿਆ, ਉਹਦੇ ਨਾਲ ਜਿਹੜੀਆਂ ਚੀਜ਼ਾਂ ਪਰੋਸੀਆਂ ਉਹ, ਔਰ ਫਿਰ ਉਹਨਾਂ ਨੇ ਆਪਣੇ ਦੇਵਤੇ ਦੇ ਅੱਗੇ ਕਿਹਾ ਕਿ ਆ ਇਸ ਬਲੀ ਨੂੰ ਸਵੀਕਾਰ ਕਰ। ਪਰ ਅੱਜ ਕੁਛ ਰੁਕਿਆ ਹੈ, ਅੱਜ ਉਹਨਾਂ ਦਾ ਜਾਦੂ ਚੱਲਦਾ ਨਹੀਂ ਪਿਆ।
ठीक, पर ਇਹਦਾ ਜੋ ਕੁਝ ਉਹ ਕਰਦੇ ਪਏ ਆ ਉਹਦਾ ਇਜ਼ਰਾਈਲ ਦੇ ਲੋਕਾਂ ਦੇ ਨਾਲ ਕੁਝ ਵੀ ਨਹੀਂ ਲੈਣਾ ਦੇਣਾ, ਕਿਉਂਕਿ ਉਹ ਤਾਂ ਉਹੀ ਬੇਦੀਆਂ ਜਿਹੜੀਆਂ ਉਹਨਾਂ ਦੇ ਆਉਣ ਤੋਂ ਪਹਿਲਾਂ ਉੱਥੇ ਬਣੀਆਂ ਸੀ, ਜਿਹੜੀਆਂ ਪਹਿਲਾਂ ਢਾਈਆਂ ਗਈਆਂ ਸੀ, ਉਹ ਮੁੜ ਕੇ ਇਜ਼ਰਾਈਲ ਦੇ ਲੋਕਾਂ ਨੇ ਬਣਾਈਆਂ। ਉਹ ਲੋਕ ਬੇਸ਼ੱਕ ਉੱਥੋਂ ਚਲੇ ਗਏ, ਇਜ਼ਰਾਈਲ ਦੇ ਲੋਕਾਂ ਨੇ ਉਹਨਾਂ ਦੇ ਦੇਵਤੇ ਪੂਜਣੇ ਸ਼ੁਰੂ ਕਰ ਦਿੱਤੇ। That's what is happening। ਪਰ ਹੁਣ ਜਿਹੜੀ ਬੇਦੀ ਬਣਦੀ ਪਈ ਆ, ਇਸ ਵੱਲ ਧਿਆਨ ਦੇ ਨਾਲ ਦੇਖੋ। ਇਹ ਜਿਹੜੀ ਬੇਦੀ ਬਣਦੀ ਪਈ ਆ, ਤਦ ਏਲੀਆ ਨੇ ਲੋਕਾਂ ਨੂੰ ਕਿਹਾ ਮੇਰੇ ਨੇੜੇ ਆਓ। ਉਹ ਸਭ ਉਸਦੇ ਚਾਰੇ ਪਾਸੇ ਖੜੇ ਹੋ ਗਏ। ਏਲੀਆ ਨੇ ਪ੍ਰਭੂ ਦੀ ਟੁੱਟੀ ਹੋਈ ਬੇਦੀ ਦੀ ਮੁਰੰਮਤ ਕੀਤੀ। ਸੋ ਉਹਨਾਂ ਨੇ ਤੋੜੀ ਉਸੀ ਟੁੱਟੀ ਹੋਈ ਬੇਦੀ ਦੀ ਮੁਰੰਮਤ ਕੀਤੀ। ਫਿਰ ਉਸਨੇ ਯਾਕੂਬ ਅਰਥਾਤ ਇਜ਼ਰਾਈਲ ਦੇ 12 ਪੁੱਤਰਾਂ ਦੇ ਨਾਵਾਂ ਦੇ ਚੱਲੇ ਕਬੀਲਿਆਂ ਅਨੁਸਾਰ 12 ਪੱਥਰ ਰੱਖੇ। Now this has everything to do with Israel। ਜਿਹੜੇ ਲੋਕੀ ਆਲੇ ਦੁਆਲੇ ਖੜੇ ਆ ਨਾ, ਉਹ ਪੱਥਰ ਰੱਖਦਾ ਪਿਆ, ਔਰ ਹਰੇਕ ਪੱਥਰ ਦੇ ਨਾਂ ਕੀ ਹੈ, ਯਹੂਦਾ ਦੇ ਕਬੀਲੇ ਦਾ ਪ੍ਰਭੂ ਪੱਥਰ, ਅਰਾਬੂਨ ਦੇ ਕਬੀਲੇ ਦਾ ਪੱਥਰ, ਮਨੱਸੇ ਦੇ ਕਬੀਲੇ ਦਾ ਪੱਥਰ, ਇਸਕਾਰ ਦੇ ਕਬੀਲੇ ਦਾ ਪੱਥਰ, ਸਿਮਿਓਨ ਦੇ ਕਬੀਲੇ ਦਾ ਪੱਥਰ, ਸਿਮੀਅਨ ਦੇ ਕਬੀਲੇ ਦਾ ਪੱਥਰ। ਉਹ ਉਹਨਾਂ ਪੱਥਰਾਂ ਨੂੰ ਰੱਖਦਾ ਪਿਆ, ਔਰ ਜਿਸ ਲਈ ਉਹ ਰੱਖਦਾ ਪਿਆ, ਉਹ ਇਜ਼ਰਾਈਲੀ ਉਹਨਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਆਉਂਦੀ ਪਈ ਹੈ, this is us, this is us। और जिस लिए वो बेदी बन गई, फिर उसने उन्होंने क्या कि इसके उत्ते लकड़ा रखो, उसके उत्ते प्रभु के नाम के उत्ते वो बलि दिती गई, उसका लहू लिया गया, जो कि आने वाले लहू का एक निशान सी। वो लहू बेदी के चारे पासे लाया गया, जिदा असीं पिछे पढ़ते पे, क्योंकि बहुती डिटेल इत्थे नहीं दिती गई, क्योंकि पुस्तक इजराइलियां वास्ते लिखी हुआ, बहुत ही बड़ी डिटेल नहीं दिती गई। लेकिन जो प्रोसैस वो जो लहू सीगा वो बेदी के चारे पासे छिड़किया गया, लोगों की माफी के लिए दुआ की गई, फिर उसके उत्ते वो बलद रखे, और फिर उदों तक शाम की दुआ का वेला हो चुका सी, और इजरायलियां नूं भी पता कि शाम की दुआ का हुण वेला हो चुका है। जिसी दा किदां एलिया ने किस तरीके नाल काम किया, उन्होंने अखां दे सामने सारा कुछ किया गया। शाम की दुआ के वेले फिर उसने जो शाम के दुआ का समा हुंदा सी, तो उसने प्रभु नूं याद किया और अपने बजुर्गों नूं याद किया, उस दे नाल प्रभु के नेम नूं याद किया, जो उसने उन्हां दे पड़दादे नकड़ दादे दे नाल अब्राहम दे नाल बनिया सी। और फिर उसने कहा कि फिर तरकालां दी भेंट दे समय एलिया नबी ने बेदी दे लागे जाके इस तरह प्रार्थना की, इस तरह प्रार्थना की, हे प्रभु अब्राहम इसहाक अते याकूब दे परमेश्वर, इजराइल दा सचमुच परमेश्वर, तू इजराइल दा सचमुच परमेश्वर है, और इसका सबूत तू इस वेले दे, अते ये भी कि मैं तेरा दास हाँ, अते जो कुछ भी मैं कर रहा हाँ तेरी आज्ञा के अनुसार कर रहा हाँ। हे प्रभु तू मेरी प्रार्थना सुन अते मैनू उत्तर दे, तां जो ये जानन कि तू ही प्रभु परमेश्वर है अते तू इन्हां नूं वापस अपनी वाल मोड़ रहा है। ये जान कि तू इन्हां नूं वापस अपनी बाहां दे विच ले।
प्रभु के वचन च लिखा कि मैं इस निकम्मी कौम दे अगे अपनी बाहां खोल के खड़ा रहा, पर इन्होंने कभी नहीं आना चाहिए, कभी नहीं आना चाहिए, क्योंकि उन्हां दे लई मिरेकल देखना बहुत जरूरी है। हे प्रभु, तू अपने इस बलि नूं स्वीकार कर, इस बलि नूं स्वीकार कर। जिंदगी दे विच बड़े उतार चढ़ाव आउंदे आ, और सब तो पहला जिसले बहुत बड़ा कोई उपर चल जाइए तो सब तो पहला जिहड़ी चीज जांदी वो फेथ जांदा, क्योंकि साडे कोल टाइम ही नहीं हुंदा फिर प्रभु दे लई। ते जे बिल्कुल डूंघे बैठे होइए तो फिर रोना धोना हुंदा कि प्रभु कित्थे आ, जां तूं ये क्यों कीता। और वो समा हुंदा कि असीं अपने प्रभु परमेश्वर दे अगे दुआ करिए कि सानू अपनी बाहां दे विच वापस, सानू अपनी बाहां दे विच वापस, क्योंकि उतरार जिहड़े बहुत उपर हुन्ने आ, दौड़े फिरदे हुन्ने, ये तो हुंदा, ये तो है ही नहीं कि कदी एक सेन मोमेंट, एक वो समा जिहड़ा जिस दे विच असीं जरा क जागीए ते समझ लगे मैं करदा की फिरदा है, जां डूंघाई दे विच बैठे होइए तो उस लिए कहिए कि मैं जिउंदे परमेश्वर दा बच्चा है, ये मैं की कर रहा, ये कदे नहीं हुंदा, ये सोचना ये आउंदी है। एंड दैट इज दैट कि असीं अपनी उन्हां सारियां चीज़ां नूं प्रभु दी बेदी ते रख दिंदे और उसनूं कहने कि तू अपनी पवित्र अग कर, अपनी पवित्र अग कर, ताकि असीं तेरियां बाहां दे विच वापस आईए, ताकि मैं तेरियां बाहां दे विच वापस। सो इत्थे असीं इहो ही दुआ उसदी देखदे पए आ, एक टुੱਟੇ मन दी दुआ है, यानी कि इनू बड़ा होर तरह पेश किया जाता जी। फिर उसने दुआ की अग आई और इस आयत नू बड़ा गरज के पढ़िया जाता, इट्स नॉट दैट, एक टुੱਟੇ मन दी दुआ, एक टुੱਟੇ हुए मन दी दुआ। प्रभु मैं तेरा दास हाँ, फिर अपने लोगों ते रहम कर, अपने चुने हुए लोगों की रहम उत्ते तू रहम कर, वापस इन्हां नू अपनी बाहां दे विच, वापस तू इन्हां नू अपने कोल। अमेजिंग ना किदां असीं बहुत सारियां आयतां छड्ड जांदे, देखते नहीं। मेन चीज ये है कि तू उन्हां नू अपने कोल। प्रभु ने अग कर लई और उससे विच एक बूंद भी नहीं रही, बलि भी सारी सुआह हो गई, पत्थर भी जड़े रखे सीगे वो भी सारे सुआह हो गए, पानी की बूंद तक नहीं रही, ताकि कोई ये ना कहे ये अग पैदा की गई सी या अग लाई गई सी या इदां जो उदां, बाद दे विच कह ना सकण, उन्हां दे मूहरे सिर्फ धूड़ पई सी।
ਗੁਨਾਹਾਂ ਨੂੰ ਉਸਨੇ ਧੋ ਦਿੱਤਾ ਔਰ ਆਪਣੇ ਲੋਕਾਂ ਨੂੰ ਸਵੀਕਾਰ ਕੀਤਾ। ਆਪਣੇ ਬੰਦੇ ਦੀ ਉਸਨੇ ਦੁਆ ਸੁਣੀ। ਤਦ ਉਹ ਪ੍ਰਭੂ ਦੇ ਮੂਹਰੇ ਲੇਟ ਗਏ और फिर उन्होंने कहा कि हाँ साडा प्रभु ही परमेश्वर, वो जिउंदा परमेश्वर, साडा परमेश्वर। उन्होंने वो समय याद आए जब उत्थे प्रभु के नाम च बलियां दित्तियां जांदियां सी। और फिर उन्होंने विच एक रोष खड़ा होया लोकां दे विच कि सानू गलत राहे पाउण वाले ये लोग, ये बाल दे पंडित, ये जिहड़े पुजारी, और फिर उन्होंने उन्होंने सफाया किया, उन्होंने सफाया किया। लेकिन 3 साल दे काल पै चुका, 3 साल तक उथे मीह नहीं भरिया, पानी की बूंद नहीं डिगी, ईवन ओस भी नहीं पई, ओस भी नहीं पई। सो आओ हुण असीं 41 तो लैके 46 तक देखे, जिसमें मैं ही पढ़ना पास्टर जी। ये मेरी भैन मीह दा वरना। तद एलिया ने राजा अहाब ਨੂੰ ਕਿਹਾ, ਤੂੰ ਜਾ ਕੇ ਖਾ ਪੀ, ਮੈਂ ਮੀਂਹ ਦੇ ਆਉਣ ਦੇ ਚਿੰਨ੍ਹ ਦੇਖ ਰਿਹਾ ਹਾਂ। ਜਦੋਂ ਰਾਜਾ ਅਹਾਬ ਭੋਜਨ ਕਰਨ ਦੇ ਲਈ ਚਲਾ ਗਿਆ ਤਾਂ ਏਲੀਆ ਨਬੀ ਕਰਮਲ ਪਹਾੜ ਦੀ ਚੋਟੀ ਉੱਤੇ ਚੜ ਗਿਆ। ਉੱਥੇ ਉਸਨੇ ਧਰਤੀ ਉੱਤੇ ਨਿਉ ਕੇ ਆਪਣਾ ਸਿਰ ਗੋਡਿਆਂ ਵਿੱਚ ਰੱਖ ਲਿਆ। ਫਿਰ ਉਸਨੇ ਆਪਣੇ ਨੌਕਰ ਨੂੰ ਕਿਹਾ, ਤੂੰ ਜਾ ਕੇ ਸਮੁੰਦਰ ਵੱਲ ਵੇਖ। ਨੌਕਰ ਨੇ ਵਾਪਸ ਆ ਕੇ ਏਲੀਆ ਨੂੰ ਦੱਸਿਆ, ਮੈਨੂੰ ਕੁਝ ਦਿਖਾਈ ਨਹੀਂ ਦਿੱਤਾ। ਪਰ ਏਲੀਆ ਨੇ ਨੌਕਰ ਕੋਲੋਂ 7 ਵਾਰ ਇਸ ਤਰ੍ਹਾਂ ਕਰਵਾਇਆ। ਸੋ 7ਵੀਂ ਵਾਰ ਨੌਕਰ ਨੇ ਆ ਕੇ ਕਿਹਾ, ਮੈਂ ਸਮੁੰਦਰ ਵੱਲੋਂ ਆਦਮੀ ਦੇ ਹੱਥ ਜਿੰਨਾ ਵੱਡਾ ਬੱਦਲ ਆਉਂਦਾ ਦੇਖਿਆ ਹੈ। ਤਦ ਏਲੀਆ ਨੇ ਨੌਕਰ ਨੂੰ ਕਿਹਾ, ਤੂੰ ਜਾ ਕੇ ਰਾਜਾ ਅਹਾਬ ਨੂੰ ਕਹਿ ਕਿ ਉਹ ਆਪਣੇ ਰੱਥ ਵਿੱਚ ਬੈਠ ਕੇ ਵਾਪਸ ਆਪਣੇ ਘਰ ਨੂੰ ਜਾਵੇ, ਨਹੀਂ ਤਾਂ ਮੀਂਹ ਦੇ ਕਾਰਨ ਉਸ ਲਈ ਜਾਣਾ ਕਠਿਨ ਹੋ ਜਾਵੇਗਾ। ਪਿੱਛੋਂ ਥੋੜੇ ਹੀ ਸਮੇਂ ਵਿੱਚ ਆਕਾਸ਼ ਕਾਲੇ ਬੱਦਲਾਂ ਤੇ ਹਵਾ ਨਾਲ ਭਰ ਗਿਆ ਅਤੇ ਬਹੁਤ ਜ਼ੋਰ ਨਾਲ ਮੀਂਹ ਵਰਨ ਲੱਗਾ। ਰਾਜਾ ਅਹਾਬ ਰੱਥ ਵਿੱਚ ਚੜ ਕੇ ਇਜ਼ਰਾਈਲ ਨੂੰ ਚਲਾ ਗਿਆ। ਪ੍ਰਭੂ ਦੀ ਸ਼ਕਤੀ ਏਲੀਆ ਨਬੀ ਵਿੱਚ ਸੀ, ਇਸ ਲਈ ਉਸਨੇ ਆਪਣੀ ਚਾਦਰ ਲੱਕ ਨਾਲ ਕੱਸ ਕੇ ਬੰਨੀ ਤੇ ਉਹ ਇਜ਼ਰਾਈਲ ਦੇ ਰਾਹ ਤੱਕ ਰਾਜਾ ਅਹਾਬ ਦੇ ਰੱਥ ਅੱਗੇ ਅੱਗੇ ਦੌੜਦਾ ਗਿਆ। ਸੋ ਹੁਣ ਅਸੀਂ ਇੱਥੇ ਇੱਕ ਚੀਜ਼ ਦੇਖਦੇ ਪਏ ਹਾਂ ਕਿ ਕਿਉਂ ਪ੍ਰਭੂ ਨੇ ਉਤੋਂ 7 ਵਾਰੀ ਦੁਆ ਕਰਵਾਈ, ਜਾਂ ਏਲੀਆ ਨੇ 7 ਵਾਰੀ ਦੁਆ ਕਰਨੀ, ਏਲੀਆ ਨੇ ਦੁਆ ਤੋਂ ਬਾਅਦ ਦੁਆ ਕਰਨੀ ਕਿਉਂ ਸਹੀ ਸਮਝਿਆ। ਜੇ ਉਹ ਪ੍ਰਭੂ ਨੂੰ ਕਹਿ ਸਕਦਾ ਸੀ ਕਿ ਪ੍ਰਭੂ ਤੂੰ ਅੱਗ ਘੱਲ, ਤੇ ਉਸਨੇ ਅੱਗ ਘੱਲੀ, ਤੇ ਇਹ ਵੀ ਕਹਿ ਸਕਦਾ ਸੀ ਪ੍ਰਭੂ ਹੁਣ ਤੂੰ ਮੀਂਹ ਘੱਲ, ਤਾਂ ਮੀਂਹ ਆ ਜਾਂਦਾ। ਲੇਕਿਨ ਉਸਨੇ ਮੀਂਹ ਦੇ ਲਈ ਦੁਆ ਕੀਤੀ। ਔਰ ਇੱਥੇ ਅਸੀਂ ਏਲੀਆ ਨਬੀ ਦੀ ਨਮਰਤਾ ਦੇਖਦੇ ਹਾਂ, ਕਿਉਂਕਿ मूसा ने एक गलती की सी इस तो पहला। लोग पानी दे लई बुड़बुड़ाए सी कि इत्थे तां पीण नूं पानी है नहीं, तूं सानूं इत्थे मरन दे लई लैके आया। जो भी उन्हां दी इक्को ही चीज हुंदी सी, बार बार उही कहंदे रहिंदे सी, सानूं मरन दे लई लैके आया। सो की साडे उत्थे मिस्र विच साडे लई कबरां है नहीं सी ਜਿਹੜੀਆਂ ਤੂੰ ਸਾਨੂੰ ਇਸ ਲਈ ਕਬਰਾਂ ਇੱਥੇ ਲੈ ਕੇ ਆਇਆ। ਏਦਾਂ ਦੀਆਂ ਗੱਲਾਂ ਮੂਸਾ ਨੂੰ ਕਹਿੰਦੇ ਹੁੰਦੇ ਸੀ। ਔਰ ਫਾਈਨਲੀ ਉਹ ਗੁੱਸੇ ਦੇ ਵਿੱਚ ਆ ਗਿਆ, ਉਹ ਪ੍ਰਭੂ ਦੇ ਅੱਗੇ ਉਸਨੇ ਦੁਆ ਕੀਤੀ। ਪ੍ਰਭੂ ਨੇ ਕਿਹਾ ਕਿ ਤੂੰ ਜਾ ਕੇ ਉਸ ਪੱਥਰ ਨੂੰ ਕਹਿ ਕੇ ਤੈਨੂੰ ਪਾਣੀ ਦੇ। ਮੂਸਾ ਨੇ ਕਿਹਾ ਕਿ ਲਓ ਅਸੀਂ ਤੁਹਾਨੂੰ, ਮੂਸਾ ਬਹੁਤ ਗੁੱਸੇ ਦੇ ਵਿੱਚ ਸੀ, ਉਸਨੇ ਉਸ ਪੱਥਰ ਦੇ 2 ਵਾਰੀ ਲਾਠੀ ਮਾਰੀ। ਉਸਨੇ ਕਿਹਾ ਲਓ ਤੁਹਾਨੂੰ, ਤੁਸੀਂ ਜਿਹੜੇ ਪ੍ਰਭੂ ਦੇ ਖਿਲਾਫ ਬੁੜਬੜਾਉਣ ਵਾਲੀ ਕੌਮ ਆ ਤੁਸੀਂ, ਅਸੀਂ ਤੁਹਾਨੂੰ
मैं तुहानू इस पत्थर दे विचों पानी देना। और वो एक गुनाह ऐसा सी कि मूसा प्रॉमिस लैंड दे विच नहीं जा सकिया सी, वादे दी धरती ते नहीं जा सकी सी। सो एलिया ने प्रभु दा रास्ता चुनिया, उसने इंतजार किया। उसने पता सी कि जे प्रभु ने 3 साल किया तो प्रभु ने 3 साल ही किया, और जे प्रभु ने, मैं पहली बार दुआ की थी, प्रभु ने वो भी सुनी है। जे मैं दूजी बारी दुआ करदा पिया, प्रभु ने वो भी सुनी। पर हुण वो एंक्शियस, ਉਹਦਾ मन भी एंक्शियस आ अंदरों। वो गुनाह भी नहीं करना मंगदा, लेकिन अंदरों जिहड़ा मन आ वो हुण प्रभु तो खुश कर। सो उसने अपना नौकर कर लिया। उसने वापस आके दस्या कि कुछ नहीं दिखाई देता। दूजी बारी फिर दुआ दे विच गया, उसने कहा जा हुण देख, कुछ नहीं दिखाई देता। तीजी बारी फिर, चौथी बारी फिर, पंजवीं बारी फिर, छेवीं बारी फिर, सत्तवीं बारी वो कहंदा कोई खास तो नहीं, बंदे दे हत्थ जिन्ना एक बदल मैं टुकड़ी जी आउंदी देखदा पिया। तां उस वेले उसने जिहड़ी चीज उसने कही बहुत वड्डी की। तद एलिया ने नौकर नूं कहा कि तू जाके राजा अहाब नूं कह के अपने रथ उत्ते बैठ के वापस अपने घर नूं जाए, नहीं तो मींह दे कारण उसका जाना कठिन हो जाएगा। कई बार असीं वड्डियां वड्डियां चीजां प्रभु तो मंगदे हां ते असीं देखदे कोई निक्की जी चीज आ रही है। इसका मतलब ये नहीं कोई निक्की चीज आ रही है, वो आप आ रही, वो आप आ रही। और अहाब नूं उसने पहला भी कहा तू खा पी ते हुण महल नूं जा, पर अहाब उत्थे ही खड़ा है। अहाब ने भी कुछ देखा है। अहाब ने भी देखा कि अहाब ने जिहड़ी मेन चीज ये नहीं देखी कि स्वर्ग तो अग आई है। अहाब ने मेन चीज ये देखी है कि बाल नबी दे जिहड़े देवते आ, ओहो बाल नबी दे जिहड़े जिहड़े उस नूं मन्नण वाले आ, वो तां अग भी नहीं जा सके। वो मिस की हो गया, ये किस तरह हो। अज तक तो उन्होंने मैनू ये चीजा करके दिखाइया कि बाल ही देवता या बाल ही परमेश्वर, ये सारिया चीजा करके मैनू दिखाइया। वो इस चीज तो इंप्रैस्ड नहीं गा कि की होए की होया, वो इस चीज नू देख रहा कि नहीं होया, कि नहीं होया। तो उसने क्या कि जा उसनू कह के चला जा, नहीं तो इत्थे खड़ा होना मुश्किल हो जाएगा, तेरा घर जाना मुश्किल हो जाए। 3 ਸਾਲਾਂ ਦੇ ਵਿੱਚ ਉਹ ਸਾਰੇ ਰਸਤੇ ਜਿਹੜੇ ਤੁਹਾਨੂੰ ਪਤਾ ਵੀ ਸਾਡੇ ਇਲਾਕਿਆਂ ਦੇ ਵਿੱਚ ਜਿੱਦਾਂ ਪਾਣੀ ਜਾਂ ਚੋਅ ਵਗਦੇ ਹੁੰਦੇ ਸੀਗੇ, ਤੇ ਉਹ ਜਦੋਂ ਸੁੱਕ ਜਾਂਦੇ ਸੀ ਤਾਂ ਲੋਕ ਫਿਰ ਉਹਨਾਂ ਦੇ ਵਿੱਚ ਦੀ ਸਿੱਧਾ ਹੀ ਰਸਤਾ ਕੱਢ ਲੈਂਦੇ ਸੀਗੇ। ਤੇ ਉਹ ਜਿਹੜੇ ਪਹਿਲੇ ਰਸਤੇ ਹੁੰਦੇ ਸੀ ਉਹ ਭੁੱਲ ਜਾਂਦੇ ਸੀ ਕਿੱਧਰ ਦੀ ਜਾਣਾ। सो कहना तेरा जाना मुश्किल हो जाएगा, क्योंकि पानी मींह आना, वो सारे पानी चढ़ने हैं, घर चले घर चले। सो अहाब चला गया और प्रभु दे आत्मा ने अपने बंदे की नम्रता नूं देखदियां होया उसनूं वो ताकत दित्ती। 2 बारी उसनूं ये ताकत मिलनी, एक बारी हुण मिली है, एक बारी फिर मिलनी, एक बारी हुण खुशी दे विच उसनूं मिली कि वो घोड़े नालों भी तेज दौड़दा।
ਇੱਕ ਵਾਰੀ ਉਸਨੂੰ ਇਹ ਤਾਕਤ ਭਾਰੀ ਦੁੱਖ ਦੇ ਸਮੇਂ ਦੇ ਵਿੱਚ ਦੀ ਮਿਲਣੀ। ਇਹ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ। ਪ੍ਰਭੂ ਨੇ 3 ਸਾਲ ਕਿਹਾ ਸੀ ਕਿ 3 ਸਾਲ ਮੀਂਹ ਨਹੀਂ ਪਏਗਾ, 3 ਸਾਲ ਮੀਂਹ ਨਹੀਂ ਪਏਗਾ। ਪ੍ਰਭੂ ਨੇ ਉਸ ਦੇ ਰਾਹੀਂ ਇਹ ਕਿਹਾ ਸੀ ਕਿ ਜਦ ਤੱਕ ਮੈਂ ਨਾ ਆ ਕੇ ਕਵਾਂ ਉਨੀ ਦੇਰ ਤੱਕ ਮੀਂਹ ਨਹੀਂ ਪਏਗਾ। ਅੱਜ ਉਸਨੇ ਆ ਕੇ ਦੁਆ ਕੀਤੀ ਅਤੇ ਮੀਂਹ ਪਿਆ। ਪ੍ਰਭੂ ਦਾ ਵਚਨ ਜਿਸ ਤਰ੍ਹਾਂ ਸਾਨੂੰ ਮਿਲਦਾ ਉਸੇ ਤਰ੍ਹਾਂ ਪੂਰਾ ਹੁੰਦਾ। ਪ੍ਰਭੂ ਨੇ ਕਿਹਾ ਸੀ ਅਬਰਾਹਮ ਨੂੰ, ਮੈਂ ਤੇਰੀ ਸੰਤਾਨ ਨੂੰ ਕਦੀ ਨਹੀਂ ਛੱਡੂੰਗਾ। ਪ੍ਰਭੂ ਨੇ ਉਸਦੀ ਸੰਤਾਨ ਨੂੰ ਨਹੀਂ ਛੱਡਿਆ। ਬੇਸ਼ੱਕ ਉਸਦੀ ਪਵਿੱਤਰ ਵੇਦੀ ਨੂੰ ਢਾਹ ਕੇ ਉਸਦੇ ਸਾਹਮਣੇ ਬਾਲ ਦੇਵਤੇ ਦੀ ਬਣਾ ਕੇ ਉਸਦੀ ਉਹਨਾਂ ਨੇ ਪੂਜਾ ਕੀਤੀ, ਤਾਂ ਵੀ ਪ੍ਰਭੂ ਨੇ ਆਪਣੇ ਲੋਕਾਂ ਨੂੰ ਨਹੀਂ ਛੱਡਿਆ। ਪ੍ਰਭੂ ਆਪਣੇ ਲੋਕਾਂ ਨੂੰ ਕਦੇ ਵੀ ਨਹੀਂ ਛੱਡਦਾ। ਅਸੀਂ ਖੂਨ ਦੇ ਕੇ ਖਰੀਦੇ ਗਏ ਲੋਕ ਹਾਂ। ਉਸਨੇ ਆਪਣਾ ਪੁੱਤਰ ਦਿੱਤਾ, ਸਾਨੂੰ ਖਰੀਦ ਦਿੱਤਾ। ਔਰ ਜੇ ਇਹਨਾਂ ਨੂੰ ਨਹੀਂ ਛੱਡਿਆ ਪ੍ਰਭੂ ਨੇ, ਤੇ ਸਾਨੂੰ ਕਿੱਦਾਂ ਛੱਡ ਸਕਦਾ? ਭਾਈ ਦਾ ਅਗਰ ਧਿਆਨ ਦੇ ਨਾਲ ਦੇਖੀਏ, ਇਹਨਾਂ ਨੂੰ ਹਾਲੇ ਵੀ ਨਹੀਂ ਪ੍ਰਭੂ ਨੇ ਛੱਡਿਆ। ਬਾਈਬਲ ਦੇ ਕਹੇ ਦੇ ਅਨੁਸਾਰ ਜੋ ਇਹਨਾਂ ਨੂੰ ਸਜ਼ਾਵਾਂ ਮਿਲੀਆਂ, ਜੋ ਇਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਉੱਜੜ ਜਾਓਗੇ, ਲੇਕਿਨ ਫਿਰ ਪ੍ਰਭੂ ਤੁਹਾਡੇ ਤੇ ਦਇਆ ਕਰੇਗਾ, ਮੈਂ ਤੁਹਾਨੂੰ ਫਿਰ ਬਸਾਵਾਂਗਾ, ਜਿਹੜਾ ਅੱਗੇ ਜਾ ਕੇ ਅਸੀਂ ਦੇਖਾਂਗੇ। ਔਰ ਉਹ ਇਜ਼ਕੀਏਲ ਨੂੰ ਕਹਿ ਰਿਹਾ, ਇਸ ਵਾਦੀ ਨੂੰ ਦੇਖ, ਇਸ ਵਾਦੀ ਤੇ ਜੋ ਹੱਡੀਆਂ ਦੇ ਨਾਲ ਭਰੀ ਪਈ ਸੀ, ਤੂੰ ਇਹਨਾਂ ਹੱਡੀਆਂ ਨੂੰ ਕਹਿ ਜੁੜ ਜਾਣ, ਉਹ ਹੱਡੀਆਂ ਜੁੜ ਗਈਆਂ। ਤੂੰ ਕਹਿ ਇਹਨਾਂ ਤੇ ਮਾਸ ਆ ਜਾਵੇ, ਉਹਨਾਂ ਤੇ ਮਾਸ ਆ ਗਿਆ। ਤੂੰ ਕਹਿ, ਜਿਹਦਾ ਬਾਰ-ਬਾਰ ਸ਼ਬਦ ਇਹ ਕਿਹਾ ਗਿਆ ਕਿ ਤੂੰ ਕਹਿ ਕਿ ਇਹ ਹੁਣ ਇਹ ਸਾਹ ਲੈ ਔਰ ਜਿਉਂਦੇ ਬਣ ਜਾ। ਤਦ ਪ੍ਰਭੂ ਨੇ ਆਪਣਾ ਸਾਹ ਉਹਨਾਂ ਦੇ ਵਿੱਚ ਫੂਕਿਆ ਔਰ ਉਹ ਜਿਉਂਦੇ ਬਣ ਗਏ। ਉਹ ਸਾਨੂੰ ਦਿਖਾਉਂਦਾ ਪਿਆ ਕਿ ਇਹ ਯਰੂਸ਼ਲਮ, ਇਹ ਇਸਰਾਇਲ ਇੱਕ ਉਜੜਿਆ ਇਲਾਕਾ ਹੋਏਗਾ। ਜਿਹੜੇ ਅੱਜ ਦੇ ਪੈਲਸਟੀਨ ਉੱਥੇ ਬਣ ਕੇ ਬਹਿ ਗਏ ਨਾ ਕਿ ਅਸੀਂ ਫਲਸਤੀਨ ਦੇ ਲੋਕ ਹਾਂ, ਅਸਲ ਦੇ ਵਿੱਚ ਉਹ ਹੈ ਨਹੀਂ। ਕਿਉਂਕਿ ਅਗਰ ਦੇਖੀਏ ਤਾਂ ਉਸ ਤੋਂ ਪਹਿਲਾਂ ਮਾਰਕ ਟਵੇਨ ਜਿਹੜਾ ਸੀਗਾ, ਉਹ ਇਜ਼ਰਾਈਲ ਦੀ ਧਰਤੀ ਦੇ ਉੱਤੇ ਘੁੰਮਣ ਫਿਰਨ ਗਿਆ ਸੀਗਾ। ਔਰ ਉੱਥੇ ਕੁਛ ਇੱਕ ਉਸਨੇ ਕਿਹਾ ਕਿ ਮੈਂ ਸਾਰੀ ਘੁੰਮ ਕੇ ਦੇਖੀ ਆ, ਕਿਤੇ ਕਿਤੇ ਕੋਈ ਬੱਕਰੀਆਂ ਆਲਿਆਂ ਦਾ ਕੋਈ ਗਰੁੱਪ ਆ ਤੇ ਕਿਤੇ ਕਿਤੇ ਕੁਛ ਹੋਰ ਆ। ਇਸ ਉਜੜੀ ਹੋਈ ਧਰਤੀ ਆ। ਜੇ ਤੁਸੀਂ ਉਸ ਦੀ ਪੁਸਤਕ ਪੜ੍ਹਦੇ ਹੋ, ਮਾਰਕ ਟਵੇਨ ਸਾਨੂੰ ਦੱਸਦਾ ਪਿਆ ਹੈਗਾ ਕਿ ਉਸਨੇ ਫਿਰ ਇੱਕ ਕੰਧ ਦੇਖੀ। ਉਸਨੇ ਕਿਹਾ ਸ਼ਾਇਦ ਇਹ ਮੰਦਿਰ ਦੀ ਕੰਧ ਹੋ ਸਕਦੀ, ਔਰ ਉਸਨੂੰ ਅੱਜ ਅਸੀਂ ਮੰਦਿਰ ਦੀ ਕੰਧ ਕਹਿੰਦੇ ਹਾਂ। ਤਾਂ ਪ੍ਰਭੂ ਨੇ ਜਿੱਦਾਂ ਕਿਹਾ ਉਦਾਂ ਹੀ ਪੂਰਾ ਹੋਣਾ। ਜਿੱਦਾਂ ਇਜ਼ਰਾਈਲੀਆਂ ਦੇ ਲਈ ਕਿਹਾ, ਲਾ ਲਿਆ ਅੰਗਰੇਜ਼ਾਂ ਨੇ ਦੋ ਜ਼ੋਰ ਸਾਰਾ ਕਿ ਇਜ਼ਰਾਈਲ ਨੂੰ 18ਵੀਂ ਸਦੀ ਦੇ ਲੱਗੇ ਹੋ ਸਕੇ, ਨਹੀਂ ਬਸਾ ਸਕੇ ਇਜ਼ਰਾਈਲ ਜਦ ਤੱਕ ਕਿ ਸਮਾਂ ਨਹੀਂ ਆਇਆ। ਜਦ 1942 ਦੀ ਜੰਗ ਖਤਮ ਹੋਈ ਆ ਤੇ ਫਿਰ ਇਜ਼ਰਾਈਲ ਬਣਿਆ। ਔਰ ਬਿਲਕੁਲ ਉਹ ਸਮਾਂ ਪੂਰਾ ਹੋਣ ਤੇ ਜਿੰਨੇ ਸਮੇਂ ਦੀ ਇਹਨਾਂ ਨੂੰ ਸਜ਼ਾ ਸੀਗੀ, ਉਹ ਸਜ਼ਾ ਭੁਗਤ ਕੇ ਜੋ ਪ੍ਰਭੂ ਉਹ ਉੱਥੇ ਜਾ ਕੇ ਇਹ ਦੁਆਰਾ ਬਸੇ। ਇਸਰਾਇਲ ਅੱਜ ਵੀ ਉੱਥੇ ਕਿ ਸਾਨੂੰ ਇਹ ਜਿਹੜਾ ਵਚਨ ਆ, ਇਸ ਨੂੰ ਬੜਾ, ਕਿਉਂਕਿ ਇਹਦੀਆਂ ਬਹੁਤ ਸਾਰੀਆਂ ਐਕਸਪਲੇਨੇਸ਼ਨਸ ਆ ਗਈਆਂ ਬਾਹਰ। ਸੁਣ ਸਭ ਦੀ ਲਓ,
अंत जो वचन कहंदा वो ही ठीक, क्योंकि अगर वचन जो कह रहा ਅਸੀਂ ਉਸ ਨੂੰ ਉਦਾਂ ਹੀ ਲੈ ਲਾਂਗੇ ਕਿ ਜਿਸ ਤਰ੍ਹਾਂ ਉਹ ਹੈਗਾ, ਤੇ ਫਿਰ ਸਾਡੇ ਤੇ ਕੋਈ ਸਜ਼ਾ ਨਹੀਂ। ਅਸੀਂ ਕੁਝ ਘਟਾ ਨਹੀਂ ਰਹੇ, ਅਸੀਂ ਕੁਝ ਵਧਾ ਨਹੀਂ ਰਹੇ, ਪਰ ਅਗਰ ਅਸੀਂ ਕੁਝ ਘਟਾਉਣ ਜਾਂ ਵਧਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਅਸੀਂ ਮਾਰੇ ਜਾਵਾਂਗੇ। ਠੀਕ, ਸੋ ਜਿਵੇਂ ਤੁਹਾਨੂੰ ਆਹ ਥੋੜੀਆਂ ਬਹੁਤੀਆਂ ਚੀਜ਼ਾਂ ਐਕਸਟਰਾ ਦੱਸਦਾ, ਜਿੱਦਾਂ ਮੈਂ ਅੱਜ ਤੁਹਾਨੂੰ ਬੇਦੀ ਦੇ ਬਾਰੇ ਦੱਸਿਆ, ਤਾਂ ਬਈ ਇਹ ਅਗਰ ਤੁਸੀਂ ਪਿੱਛੇ ਨੰਬਰਸ ਦੇ ਵਿੱਚ ਚਲੇ ਜਾਓ, ਲੇਵੀਆਂ ਦੀ ਪੋਥੀ ਦੇ ਵਿੱਚ ਚਲੇ ਜਾਓ, ਤੇ ਜਿਸ ਲਈ ਬੇਦੀ ਬਣਾਈ ਜਾਂਦੀ ਸੀ, ਤਾਂ ਬੇਦੀ ਇਸੇ ਤਰੀਕੇ ਨਾਲ ਬਣਾਈ ਜਾਂਦੀ ਸੀ, ਔਰ ਇਸੇ ਹੀ ਜੋ ਪ੍ਰਭੂ ਦਾ ਦੱਸੇ ਹੋਏ ਨਿਯਮਾਂ ਦੇ ਨਾਲ ਉਸ ਨੂੰ ਪਵਿੱਤਰ ਕੀਤਾ ਜਾਂਦਾ ਸੀ। ਬੇਦੀ ਤੇ ਉਹ ਜਿਹੜਾ ਜਾਨਵਰ ਚੜਾਇਆ ਜਾਂਦਾ ਸੀ, ਉਹਦੇ ਚਾਰੇ ਪਾਸੇ ਉਹ ਲਹੂ ਲਾਇਆ ਜਾਂਦਾ ਸੀ, ਰਾਈਟ। ਸੋ ਉਹ ਚੀਜ਼ਾਂ ਮੈਂ ਤੁਹਾਨੂੰ, ਅਸੀਂ ਉਹ ਚੀਜ਼ਾਂ ਦੇਖ ਕੇ ਆਏ, ਅਸੀਂ ਉਹ ਚੀਜ਼ਾਂ ਦੇਖ ਕੇ ਆਏ, ਪਰ ਜਿਹੜੀ ਮੇਨ ਚੀਜ਼ ਇੱਥੇ ਅਸੀਂ ਇਹ ਸਿੱਖਦੇ ਪਏ ਹਾਂ ਉਹ ਇਹ ਨਹੀਂ ਹੈਗਾ ਕਿ ਮੀਂਹ ਦਾ ਵਰਨਾ ਜਾਂ ਮੀਂਹ ਦਾ ਨਹੀਂ ਵਰਨਾ, ਆਕਾਸ਼ ਚੋਂ ਅੱਗ ਆਉਣੀ ਜਾਂ ਆਕਾਸ਼ ਚੋਂ ਅੱਗ ਨਹੀਂ ਆਉਣੀ, ਇਹਨਾਂ ਚੀਜ਼ਾਂ ਦੀ ਨਹੀਂ ਹੈ। ਮੇਨ ਚੀਜ਼ ਇਹ ਹੈਗੀ ਹੈ ਕਿ ਪ੍ਰਭੂ ਨੇ ਆਪਣੇ ਲੋਕਾਂ ਨੂੰ ਮੁੜ ਕੇ ਸਵੀਕਾਰ ਕੀਤਾ। ਪ੍ਰਭੂ ਨੇ ਆਪਣੇ ਲੋਕਾਂ ਨੂੰ ਇੰਨੇ ਗੁਨਾਹਗਾਰ ਹੁੰਦਿਆਂ ਹੋਇਆਂ, ਉਹ ਤਾਂ ਇੱਕ ਤਮਾਸ਼ਾ ਦੇਖਣ ਆਏ ਸੀ। ਅਗਰ ਧਿਆਨ ਦੇ ਨਾਲ ਤੁਸੀਂ ਵਚਨ ਦੇ ਵਿੱਚ ਦੇਖੋ ਤਾਂ ਉਹ ਤਮਾਸ਼ਾ ਦੇਖਣ ਆਏ ਸੀ। ਤੇ ਅੱਜ ਜੀ ਨਬੀ ਦਾ ਜਿਹੜਾ ਇਹ ਜਿਹੜਾ ਨਬੀ ਹੈਗਾ ਆ ਅਲਾਇਜਾ ਦਾ, ਤੇ ਜਿਹੜੇ ਬਾਲ ਦੇਵਤੇ ਦੇ ਨਬੀ ਆ, ਉਹਨਾਂ ਦੇ ਵਿੱਚ ਮੁਕਾਬਲਾ ਹੈ। ਦੇਖੋ ਕੌਣ ਜਿੱਤਦਾ। ਉਹਨਾਂ ਦੇ ਲੋਕਾਂ ਦੀ ਸੋਚ ਇੱਥੇ ਤੱਕ ਹੀ ਸੀਗੀ, ਇਸ ਤੋਂ ਜ਼ਿਆਦਾ ਤਾਂ ਨਹੀਂ ਸੀਗੀ, ਇਸ ਤੋਂ ਜ਼ਿਆਦਾ ਉਹਨਾਂ ਦੀ ਸੋਚ ਨਹੀਂ ਸੀਗੀ। ਇੱਥੇ ਤੱਕ ਸੀਗੇ। ਲੇਕਿਨ ਪ੍ਰਭੂ ਪਰਮੇਸ਼ਰ ਦਾ ਪਿਆਰ ਦੇਖੋ, ਉਸਦੀ ਮਹਾਨਤਾ ਦੇਖੋ। ਕਿ ਉਹ ਜੋ ਪਾਪ ਦੇ ਜਿਸ ਦੇ ਵਿੱਚ ਨੇ, ਜੋ ਰੋਸ਼ਨੀ ਦੇ ਵਿੱਚ ਰਹਿਣ ਵਾਲਾ, ਜੋ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲਾ, ਉਸਦਾ ਦਿਲ ਦੇਖੋ। ਕਿੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਲਈ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਪਰੇ ਸੁੱਟ ਦਿੰਦੇ। ਤੂੰ ਆਹ ਖਾਣਾ, ਤੂੰ ਉਹ ਪੀਣਾ, ਤੂੰ ਆਹ ਕਰਦਾ, ਤੂੰ ਉਹ ਕਰਦਾ। ਭਾਈ ਇਹ ਤੋਂ ਘਿਨਾਉਣੀ ਚੀਜ਼ ਤਾਂ ਨਹੀਂ ਕੋਈ ਹੋ ਸਕਦੀ ਕਿ ਬੰਦੇ ਔਰਤਾਂ ਦੇ ਵਾਂਗ ਵਿਚਾਰ ਕਰਨ ਮੰਦਿਰਾਂ ਦੇ ਵਿੱਚ ਜਾ ਕੇ। ਇਹ ਤੋਂ ਘਿਨਾਉਣੀ ਚੀਜ਼ ਤਾਂ ਨਹੀਂ ਕੋਈ ਹੋ ਸਕਦੀ। ਇਹ ਤੋਂ ਗੰਦੀ ਚੀਜ਼ ਕੋਈ ਹੋਰ ਨਹੀਂ ਹੋ ਸਕਦੀ। ਜਾਨਵਰ ਨੂੰ ਫੜ ਕੇ ਉਸਦੀਆਂ ਲੱਤਾਂ ਬਾਹਾਂ ਬੰਨ ਕੇ ਉਸਦਾ ਗਲਾ ਘੁੱਟ ਕੇ ਉਸਨੂੰ ਮਾਰਨਾ, ਔਰ ਜ਼ਿਆਦਾ ਤੋਂ ਜ਼ਿਆਦਾ ਦੁੱਖ ਦੇਣਾ ਦੇਵਤੇ ਦੇ ਲਈ। ਇਸ ਤੋਂ ਜ਼ਿਆਦਾ ਨਿਰਦयता ਤਾਂ ਨਹੀਂ ਕੋਈ ਹੋ ਸਕਦੀ। ਹੋਰ ਬਹੁਤ ਸਾਰੀ ਗੰਦੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੇਰੀਆਂ ਭੈਣਾਂ ਵੀ ਬੈਠੀਆਂ। ਫਿਰ ਵੀ
ਫਿਰ ਵੀ ਜਿਸ ਲਈ ਉਸਨੂੰ ਉਸ ਖੂਨ ਨੂੰ ਲੈ ਕੇ ਉਸਨੇ ਉਸ ਬੇਦੀ ਦੇ ਉੱਤੇ ਡੋਲਿਆ, ਤਾਂ ਪਿਆਰੇ ਬਾਪ ਨੇ ਆਪਣੇ ਪੁੱਤਰ ਦੇ ਲਹੂ ਦੇ ਵਿੱਚ ਦੀ ਸਭ ਕੁਝ ਦੇਖਿਆ। ਔਰ ਉਸਨੇ ਆਪਣੇ ਲੋਕਾਂ ਨੂੰ ਵਾਪਸ ਆਪਣੀਆਂ ਬਾਹਾਂ ਦੇ ਵਿੱਚ, ਉਸਨੇ ਵਾਪਸ ਆਪਣੇ ਲੋਕਾਂ ਨੂੰ ਸਵੀਕਾਰ ਕੀਤਾ। ਇਹ ਦਿਲ ਸਾਡਾ ਹੋਣਾ ਚਾਹੀਦਾ, ਇਹ ਦਿਲ ਹੋਣਾ ਚਾਹੀਦਾ। ਸਾਡੇ ਸਾਰਿਆਂ ਦੇ ਵਿੱਚ ਹਮੇਸ਼ਾ ਸਾਡੀ ਸੋਚ ਕਦੀ ਨਹੀਂ ਰਲ ਸਕਦੀ, ਸਾਡਾ ਪੁਆਇੰਟ ਆਫ ਵਿਊ ਨਹੀਂ ਰਲ ਸਕਦਾ। ਪਰ ਕਿੱਦਾਂ ਅਸੀਂ ਉਹਨਾਂ ਚੀਜ਼ਾਂ ਨੂੰ ਪਰੇ ਰੱਖ ਕੇ ਆਪਣੇ ਭੈਣਾਂ ਭਰਾਵਾਂ ਦੇ ਨਾਲ ਅੱਗੇ ਵਧਣਾ। ਠੀਕ, ਇਹਨਾਂ ਚੀਜ਼ਾਂ ਨੂੰ ਦੇਖੋ। ਸੰਤ ਪੌਲ ਜਿਸ ਵੇਲੇ ਉਹ ਉਹਨਾਂ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਿਹਾ ਜਿਹੜੇ ਗੈਰ ਯਹੂਦੀ ਹੈ, ਜਿਹੜੇ ਜੈਂਟਾਈਲ, ਜੋ ਬੇਸਿਕਲੀ ਦੇਵੀ ਦੇਵਤਿਆਂ ਦੇ ਸਾਹਮਣੇ ਮੀਟ ਚੜਾਉਂਦੇ ਆ, ਖਾਂਦੇ ਆ, ਪੀਂਦੇ ਆ, ਗਾਉਂਦੇ ਆ, ਸਭ ਕੁਝ ਕਰਦੇ। ਜਦੋਂ ਉਹਨਾਂ ਦੇ ਵਿੱਚ ਦੀ ਗਿਆ ਤੇ ਉਸਨੇ ਉਹਨਾਂ ਨੂੰ ਪ੍ਰਭੂ ਦੇ ਬਾਰੇ ਦੱਸਿਆ। ਉਹਨਾਂ ਨੇ ਉਸਨੂੰ ਯਹੂਦੀ ਨਹੀਂ ਬਣਾਇਆ, ਉਹਨਾਂ ਨੂੰ ਯਹੂਦੀ ਨਹੀਂ ਉਸਨੇ ਬਣਾਇਆ। ਔਰ ਪਤਰਸ ਨੂੰ ਝਾੜ ਪਈ ਇਸ ਚੀਜ਼। ਪਤਰਸ ਆਈਕਨ ਆ ਉਸ ਵੇਲੇ। ਪੌਲਸ ਬਾਅਦ ਦੇ ਵਿੱਚ ਆਇਆ ਔਰ ਪੌਲਸ ਨੇ ਪਤਰਸ ਨੂੰ ਝਾੜ ਪਾਈ ਅਖੰਡਵਾਦ ਤੋਂ। ਸਾਨੂੰ ਵੀ ਏਦਾਂ ਦੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ। ਅੰਤ ਦਾ ਸਮਾਂ, ਭੇਡਾਂ ਨੂੰ ਇਕੱਠੀਆਂ ਕਰੋ, ਭੇਡਾਂ ਇਕੱਠੀਆਂ ਕਰਨ ਦਾ ਵੇਲਾ, ਖਿਲਰਨ ਨਾ ਦਿਓ। ਕੋਸ਼ਿਸ਼ ਕਰੋ, ਕੋਸ਼ਿਸ਼ ਕਰੋ, ਜਿੱਥੇ ਤੱਕ ਹੋ ਸਕਦਾ ਕੋਸ਼ਿਸ਼ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸਫਲ ਹੋਵਾਂਗੇ ਜਾਂ ਨਹੀਂ ਹੋਵਾਂਗੇ, ਅਸੀਂ ਕੋਸ਼ਿਸ਼ ਕਰ ਸਕਦੇ ਕਿ ਇਹ ਪਿਆਰ ਜੋ ਅਲਾਇਜ਼ਾ ਨੇ ਇਹਨਾਂ ਲੋਕਾਂ ਨੂੰ ਦਿੱਤਾ, 3 ਸਾਲ ਜਿਹੜਾ ਲੁਕ ਕੇ ਉਸਨੇ ਗੁਜ਼ਾਰਿਆ ਵਿਚਾਰੀ, ਜੋ ਪ੍ਰਭੂ ਨੇ ਉਸਨੂੰ ਕਿਹਾ ਸੀ। ਇੱਕ ਵਿਧਵਾ ਦੇ ਘਰ ਦੇ ਵਿੱਚ ਉਹ ਖਾ ਰਿਹਾ, ਔਰ ਐਡਾ ਵੱਡਾ ਮਿਰਾਕਲ ਤੋਂ ਬਾਅਦ ਮਿਰਾਕਲ ਹੋਣ ਤੇ ਵੀ ਉਸਨੇ ਇੱਕੋ ਚੀਜ਼ ਕਹੀ ਕਿ ਆਪਣੇ ਲੋਕਾਂ ਨੂੰ ਸਵੀਕਾਰ ਕਰ। ਇਹਨਾਂ ਨੂੰ ਤੇਰੇ ਤੋਂ ਸਿਵਾਏ ਹੋਰ ਕੋਈ ਸਵੀਕਾਰ ਨਹੀਂ ਕਰ ਸਕਦਾ। ਇਹਨਾਂ ਨੂੰ ਵਾਪਸ ਬੁਲਾ, ਇਹਨਾਂ ਨੂੰ ਵਾਪਸ ਆਪਣੀ ਵੱਲ। ਇਹ ਅਸੀਂ ਅਲਾਇਜ਼ਾ ਦੀ ਜ਼ਿੰਦਗੀ ਦੀਆਂ ਚੀਜ਼ਾਂ ਜਿਹੜੀਆਂ ਇਹ ਨਗਟ ਆ ਉਸ ਦੀ ਜ਼ਿੰਦਗੀ ਦੀ, ਇਹ ਵੱਡੀਆਂ ਚੀਜ਼ਾਂ ਉਸ ਦੀ ਜ਼ਿੰਦਗੀ ਦੀਆਂ। ਇਹ ਉਹ ਚੀਜ਼ਾਂ ਜਿਸ ਲਈ ਅਸੀਂ ਪ੍ਰਭੂ ਦੇ ਅੱਗੇ ਬਹਿੰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਪ੍ਰਭੂ ਚੱਲ ਆਹ ਚੀਜ਼ ਤੂੰ ਇਹਨੂੰ ਦਿਖਾਤੀ। ਮੈਂ ਵੀ ਸਾਰਿਆਂ ਨੂੰ ਪੜ੍ਹਦਾ, ਐਸੀ ਗੱਲ ਨਹੀਂ, ਸਾਰਿਆਂ ਨੂੰ ਪੜ੍ਹਦਾ, ਜੋ ਸਾਡੇ ਤੋਂ ਪਹਿਲਾਂ ਜਾਂ ਲਿਖ ਕੇ ਗਏ ਆ, ਜਿੰਨੇ ਵੀ ਪ੍ਰਭੂ ਦੇ ਬੰਦੇ, ਉਹਨਾਂ ਨੂੰ ਮੈਂ ਪੜ੍ਹਦਾ ਹਾਂ। ਔਰ ਅਸੀਂ ਉਹਨਾਂ ਹੀ ਲੋਕਾਂ ਦੇ ਕੰਧਿਆਂ ਦੇ ਉੱਤੇ ਸਾਨੂੰ ਉਹਨਾਂ ਨੇ ਚੁੱਕਿਆ। ਪ੍ਰਭੂ ਦੇ ਵਚਨ ਦੇ ਵਿੱਚ ਵੀ ਦੱਸਿਆ ਗਿਆ ਕਿ ਅਸੀਂ ਉਹਨਾਂ ਪ੍ਰਭੂ ਦੇ ਦਾਸਾਂ ਦੇ ਆਲੇ ਦੁਆਲੇ, ਉਹਨਾਂ ਦਾ ਘੇਰਾ ਆ ਸਾਡੇ ਆਲੇ ਦੁਆਲੇ। ਜਿਸ ਤਰ੍ਹਾਂ ਸਾਡੀ ਸਿਸਟਰ ਇਸ ਵੇਲੇ ਆਪਣੀ ਲਾਇਬ੍ਰੇਰੀ ਦੇ ਵਿੱਚ ਬੈਠੀ ਰਹਿੰਦੀ ਹੈ, ਔਰ ਇਹ ਕਿਤਾਬਾਂ ਜਿਹੜੀਆਂ ਹੈਗੀਆਂ, ਜਿਨ੍ਹਾਂ ਨੇ ਵੀ ਇਹ ਲਿਖੀਆਂ ਹੈਗੀਆਂ, ਇਹ ਉਹਨਾਂ ਦਾਸਾਂ ਦਾ ਘੇਰਾ ਹੈ ਆਲੇ ਦੁਆਲੇ।
ਜਿਹਦੇ ਵਿੱਚ ਅਸੀਂ ਬੈਠੇ। ਲੇਕਿਨ ਫਿਰ ਉਹੀ ਮੰਗ ਉਹੀ ਹੁੰਦੀ ਕਿ ਪ੍ਰਭੂ ਤੂੰ ਇਹਨਾਂ ਨੂੰ ਆਹ ਕੁਛ ਦਿੱਤਾ, ਇਹਨੂੰ ਆਹ ਦਿੱਤਾ, ਇਹਨੂੰ ਆਹ ਦਿੱਤਾ, ਮੇਰੇ ਲਈ ਕੁਛ ਨਹੀਂ, ਮੇਰੇ ਲਈ ਕੁਛ ਨਹੀਂ ਰੱਖਿਆ। ਜਿਲੇ ਮੈਂ ਕਿਸੇ ਦਾ ਸਰਮਨ ਸੁਣਦਾ, ਹਾਂ ਮੋਸਟਲੀ ਮੈਂ ਉਹਨਾਂ ਲੋਕਾਂ ਦੇ ਸਰਮਨ ਸੁਣਦਾ ਜਿਹੜੇ ਬਾਈਬਲ ਨੂੰ ਜਾਂ ਚੈਪਟਰ ਪੜ੍ਹਾ ਰਹੇ ਹੁੰਦੇ ਜਾਂ ਕਿਤਾਬ ਪੜ੍ਹਾ ਰਹੇ ਹੁੰਦੇ ਆ। ਆਮ ਮੋਰ ਇੰਟਰਸਟਡ ਇਨ ਦੋਸ। ਤੇ ਫਿਰ ਉਸ ਤੋਂ ਬਾਅਦ ਮੇਰੀ ਸੁਣਨ ਤੋਂ ਬਾਅਦ ਮੇਰੀ ਪ੍ਰਭੂ ਦੇ ਅੱਗੇ ਹੋਈ ਦੁਆ ਹੁੰਦੀ, ਖੁਦਾਵੰਦ ਦੇ ਕਿੰਨਾ ਕੁਛ ਤੂੰ ਆਪਣੇ ਬੰਦੇ ਮੇਰੇ ਲਈ ਨਹੀਂ ਕੁਛ ਵੀ ਰੱਖਿਆ। ਕਿਉਂਕਿ ਉਹਨੇ ਬਹੁਤ ਕੁਛ ਲੁਕੋ ਕੇ ਰੱਖਿਆ ਔਰ ਸਮੇਂ ਸਮੇਂ ਸਿਰ ਸਾਨੂੰ ਦਿੰਦਾ। ਜਿਉਂਦਾ ਪਰਮੇਸ਼ਵਰ, ਜਿਉਂਦੇ ਪਰਮੇਸ਼ਵਰ ਦੇ ਅਸੀਂ ਲੋਕ, ਉਹਦੀ ਸੰਤਾਨ, ਉਹਦੇ ਬੱਚੇ ਆ। ਸਾਨੂੰ ਉਹਦੀ ਸੰਤਾਨ ਦੇ ਵਾਂਗ ਚੱਲਣਾ ਚਾਹੀਦਾ, ਆਪਣੇ ਭੈਣਾਂ ਭਰਾਵਾਂ ਨੂੰ ਸਵੀਕਾਰ ਕਰਨਾ ਚਾਹੀਦਾ, ਇਸ ਤਰ੍ਹਾਂ ਦੀ ਦੁਆ ਕਰਨੀ ਚਾਹੀਦੀ ਜਿਹੜੀ ਸੱਚਮੁੱਚ ਪ੍ਰਭੂ ਯਿਸੂ ਮਸੀਹ ਦੇ ਖੂਨ ਦੇ ਵਿੱਚ ਲੱਥੀ ਪੁੱਥੀ ਹੋ, ਤਾਂ ਕਿ ਸਾਡੇ ਭੈਣ ਭਰਾ ਬਰਕਤ ਪ੍ਰਾਪਤ ਕਰਨ, ਬਰਕਤ ਪ੍ਰਾਪਤ ਕਰਨ, ਪ੍ਰਭੂ ਦੇ ਵੱਲ ਮੁੜ। ਇੱਕੋ ਜਿਹੜਾ ਅਸੀਂ ਮਸੀਹਤ ਦਾ ਓੜਨਾ ਜਾਂ ਓੜਿਆ ਹੈ, ਉਹਦੇ ਚੋਂ ਨਿਕਲੀਏ ਔਰ ਜਿਹੜਾ ਅਸਲੀ ਨਵਾਲਾ ਹੈ, ਉਸਨੇ ਕਿਹਾ ਮੇਰੀਆਂ ਭੇਡਾਂ ਅੰਦਰ ਆਇਆ ਜਾਇਆ ਕਰਨਗੀ, क्योंकि दरवाजा मैं और चारा पाउणगियां। वो चारा उसके लिए भुखे रहो। प्रभु तुहाडी भुख नूं इसे तरह बना के रखे। कल नूं आपां देखांगे कि किस तरह प्रभु दे बंदियां दे उत्ते भी बहुत भारा समा एलिया ते हुण भारा समा, पहला नहीं सीगा, हुण। प्यारे प्रभु तेरा बहुत शुक्र करते हैं, तेरी दया दे लिए, तेरे रहम दे लिए, तेरे प्यार दे लिए, तेरी महानता दे लिए। तेरा शुक्र करते हैं खुदावंद, हर बार मैं तेरा शुक्र करदा कि तू सानू अपनी नजदीकी दे विच आउण देना। तेरा शुक्र करते हैं कि तू खुदावंद भैणां भरावां दे नाल बैठण दा मौका दिना। तेरा शुक्र करते हैं कि असीं तेरे वचन नूं देख सकते हैं, पढ़ सकते हैं, इस दे विच अगे वध सकते हैं। तेरा शुक्र करते हैं खुदावंद कि तू हमेशा सानू अपने वचन दे विचों साडे नाल बोलदा। प्यारे प्रभु साडी भुख नूं इसे तरह बना के रख और इसे तरह सानू अपने विच बना के रख। मेरे प्यारे प्रभु मैं तेरा शुक्र करदा अपने भैणां भरावां दे लई, इन्हां दीयां सब जरूरतां नूं पूरा कर और ते अपने घर तो कर। जिंदगी दे विच हमेशा नवांपन दे और खुदावंद इस नूं सिखाउंदा जा कि किस तरह अपने पाप नूं हमेशा प्रभु दी बेदी अगे रख दे, सुट दिओ, क्योंकि जिहड़ी हुण दी बेदी आ ये सिर्फ साडा पाप स्वीकार करदी है। वो बेदी भी सिर्फ पाप ही स्वीकार करती सी और अज दी बेदी भी पाप ही स्वीकार करती है। उत्थे पाप बलि चढ़ाई जाती ताकि खुदावंद तेरी आग इन्हां नूं साफ करती रहे और मैनू भी बुरे और बुराई तो बचा के रखी और अपने नाल प्रभु जी सानू बना के रखी यीशु मसीह दे मिठे और प्यारे नाम च। कल नूं मिलांगे और मैं तुहानूं एक मूवी का छोटा जिहा हिस्सा दिखाउणा मंगदा, लेकिन मैं इस नूं